ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ। ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ, ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ। ਕਿਸੇ ਸਮੇਂ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ। ਇਹ ਲੋਗੋ ਤੁਹਾਨੂੰ ਦਿਖਾਈ ਦੇਗਾ। ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਇਹ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ। ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ, ਆਪਣੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ। ਹਰ ਇੱਕ ਨੂੰ ਦੱਸਣਾ, ਆਓ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ। ਅਰਥਾਂ ਸਮੇਤ ਸਹਿਜ ਪਾਠ ਕਰਦਿਆਂ ਅੱਜ ਆਪਾਂ ਪਹੁੰਚੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 80 ਦੇ ਉੱਪਰ, ਪੰਨਾ ਨੰਬਰ 80 ਤੇ ਅੰਕਿਤ ਗੁਰੂ ਪਾਤਸ਼ਾਹ ਦੇ ਉਪਦੇਸ਼ ਦੇ ਦੀਦਾਰ ਕਰਨੇ ਨੇ। ਅੱਜ ਪੰਚਮ ਪਾਤਸ਼ਾਹ ਦੇ ਜਿਹੜੇ ਸ਼ਬਦ ਨੇ ਇਹ ਸ਼ਾਂਤ ਸਰੂਪ ਵਿੱਚ ਹੈ, ਤੇ ਹਰ ਸ਼ੰਤ ਤੋਂ ਪਹਿਲਾਂ 2 ਪੰਕਤੀਆਂ ਦਾ ਇੱਕ ਸ਼ਲੋਕ ਹੈ। ਉਹਨੂੰ ਟਾਈਟਲ ਦਿੱਤਾ ਗਿਆ ਗੁਰੂ ਪਾਤਸ਼ਾਹ ਨੇ ਦੱਖਣਾ। ਆਮ ਤੌਰ ਤੇ ਇਹਨੂੰ ਦੱਖਣੇ ਨਾਮ ਦੀ ਬਾਣੀ ਵੀ ਕਹਿ ਦਿੰਦੇ ਆ। ਆਓ ਕਰੀਏ ਦੀਦਾਰ। ਸ੍ਰੀ ਰਾਗ ਕੇ ਛੰਤ ਮਹਲਾ ਪੰਜਵਾਂ। ਸ੍ਰੀ ਰਾਗ ਕੇ ਛੰਤ, ਸ੍ਰੀ ਰਾਗ ਦੇ ਵਿੱਚ ਛੰਤ ਇਹਨਾਂ ਸ਼ਬਦਾਂ ਦਾ ਸਰੂਪ ਹੈ। 6 ਪਦਿਆਂ ਦਾ ਛੰਤ ਪਦਾ ਹੈ। ਉਹਦੇ ਨਾਲ ਜਿਹੜੇ ਸ਼ਲੋਕ ਨੇ ਉਹਨੂੰ ਹਰ ਇੱਕ ਦੇ ਮੂਹਰੇ ਲਿਖਿਆ ਦੱਖਣਾ। ਪੰਚਮ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਜੀ ਇੱਕ ਹੈ। ਸਤਿਗੁਰ ਸਰੂਪ ਦੀ ਕਿਰਪਾ ਹੁੰਦੀ ਹੈ, ਸੁਭਾਅ ਗੁਰਮੁਖ ਬਣਦਾ ਹੈ, ਸੋਚ ਗੁਰਮਤ ਵਾਲੀ ਬਣਦੀ ਹੈ। ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ, ਵਾਹਿਗੁਰੂ ਜੀ ਦੀ ਭੈ ਪਾਵਨੀ, ਐਸਾ ਜੀਵਨ ਮਿਲਦਾ ਹੈ। ਗੁਣਾ ਵਾਲਾ ਪਰਉਪਕਾਰ ਵਾਲਾ ਜੀਵਨ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਬਖਸ਼ਿਸ਼। ਦੱਖਣਾ, ਹੁਣ ਸ਼ਲੋਕ ਦੇ ਮੂਹਰੇ ਲਿਖਿਆ ਦੱਖਣਾ। ਦੱਖਣਾ ਕੀ ਹੈ ਇਹਨੂੰ ਸਮਝਿਓ। ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ ਰਾਏ ਭੋਇੰ ਦੀ ਤਲਵੰਡੀ, ਪਾਕਿਸਤਾਨ ਦੇ ਵਿੱਚ, ਜੋ ਅੱਜ ਗੁਰਦੁਆਰਾ ਨਨਕਾਣਾ ਸਾਹਿਬ ਹੈ। ਤੇ ਉਸ ਸ਼ਹਿਰ ਦਾ ਨਾਮ ਵੀ ਗੁਰੂ ਦੇ ਨਾਮ ਤੇ ਨਨਕਾਣਾ ਸਾਹਿਬ ਹੀ ਪੈ ਗਿਆ। ਨਨਕਾਣਾ ਸਾਹਿਬ ਦੀ ਧਰਤੀ ਤੋਂ ਰਾਏ ਭੋਇੰ ਦੀ ਤਲਵੰਡੀ ਤੋਂ ਦੱਖਣ ਵਾਲੇ ਪਾਸੇ, ਸਾਊਥ ਵਾਲੇ ਪਾਸੇ ਮੁਲਤਾਨ ਦਾ ਏਰੀਆ, ਇਹਨੂੰ ਦੱਖਣ ਦਾ ਏਰੀਆ ਕਹਿੰਦੇ ਨੇ। ਉਧਰ ਜਿਹੜੀ ਬੋਲੀ ਹੈ ਨਾ, ਉਸ ਵਿੱਚ ਦੱਦੇ ਦੀ ਥਾਂ ਤੇ ਡੱਡਾ ਵਰਤਿਆ ਜਾਂਦਾ ਹੈ। ਉਹ ਬੋਲੀ ਵਰਤੀ ਹੋਈ ਹੈ ਇਹਨਾਂ ਸ਼ਲੋਕਾਂ ਵਿੱਚ। ਜਿਵੇਂ ਸ਼ਬਦ ਹੈ ਨਾ ਡੇਈ ਸਿਸ ਉਤਾਰ, ਉਂਝ ਹੁੰਦਾ ਦੇਈ ਸਿਸ ਉਤਾਰ, ਦੱਦਾ ਹੁੰਦਾ, ਉਹ ਡੱਡਾ ਵਰਤਦੇ ਨੇ ਉੱਥੇ। ਉਸ ਡੱਡਾ ਵਰਤਣ ਵਾਲੀ ਸ਼ਬਦਾਵਲੀ ਇੱਥੇ ਵਰਤੀ ਗਈ ਹੈ, ਇਸ ਲਈ ਇਹਨਾਂ ਸ਼ਲੋਕਾਂ ਨੂੰ ਦੱਖਣਾ ਕਿਹਾ ਹੈ। ਦੱਖਣਾ ਹੱਠ ਮਜਾਹੂ ਮਾ ਪਿਰੀ, ਪਸੇ ਕਿਉਂ ਦੀਦਾਰ, ਇਹ ਉਹਨਾਂ ਦੀ ਬੋਲੀ ਹੈ। ਹੱਠ ਹੁੰਦਾ ਹਿਰਦਾ, ਮਜਾਹੂ ਮੇਰੇ ਹਿਰਦੇ ਵਿੱਚ, ਮਾਂ ਪਿਰੀ ਮਾਂ ਮੇਰਾ, ਪਿਰੀ ਪਤੀ। ਦੇਖੋ, ਜਦੋਂ ਆਪਾਂ ਅਰਥਾਂ ਸਮੇਤ ਸਹਿਜ ਪਾਠ ਕਰਾਂਗੇ ਨਾ, ਮੈਂ ਪਿੱਛੇ ਵੀ ਬੇਨਤੀ ਕੀਤੀ ਸੀ, ਕੋਸ਼ਿਸ਼ ਕਰੋ ਕਾਪੀ ਪੈਨ ਲੈ ਲਵੋ। ਜਿਹੜਾ ਸ਼ਬਦ ਸਾਨੂੰ ਨਹੀਂ ਪਤਾ ਲੱਗਦਾ ਉਹਨੂੰ ਨਾਲ ਦੀ ਨਾਲ ਲਿਖ ਲਵੋ। ਇੱਕ ਵਾਰੀ ਸਾਰਾ ਪਾਠ ਕਰ ਲਵੋ, ਦੁਬਾਰੇ ਫਿਰ ਦੇਖ ਕੇ ਲਿਖ ਲਵੋ। ਥੋੜੀ ਮਿਹਨਤ ਕਰੀਏ ਆਪ।
ਕਿੰਨਾ ਕੁ ਚਿਰ ਅਸੀਂ ਮੁੱਲ ਦੇ ਪਾਠ ਕਰਾਉਂਦੇ ਰਵਾਂਗੇ, ਪਾਠ ਕੋਈ ਹੋਰ ਕਰੇ, ਅਸੀਂ ਮੁੱਲ ਦੇ ਦਈਏ, ਫਲ ਸਾਨੂੰ ਮਿਲ ਜਾਵੇ। ਨਤੀਜਾ ਕੀ ਹੋਇਆ? ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਰਬਾਣੀ ਨਾਲ ਜੋੜ ਨਹੀਂ ਸਕੇ। ਆਪ ਜੁੜੀਏ, ਹੋਰਨਾਂ ਨੂੰ ਜੋੜੀਏ। ਆਪ ਲਾਹਾ ਪ੍ਰਾਪਤ ਕਰੀਏ, ਹੋਰਨਾਂ ਨੂੰ ਪ੍ਰੇਰਿਤ ਕਰੀਏ। ਮੈਨੂੰ ਪਤਾ ਹੈ ਤੁਸੀਂ ਬਹੁਤ ਪਰਿਵਾਰਾਂ ਨੂੰ ਪ੍ਰੇਰਿਤ ਕਰ ਰਹੇ ਹੋ, ਆਪਣੇ ਰਿਸ਼ਤੇਦਾਰਾਂ ਨੂੰ, ਮਿੱਤਰਾਂ ਨੂੰ, ਪਰ ਹੋਰ ਕਰਦੇ ਰਹਿਣਾ। ਤਾਂ ਕਾਪੀ ਪੈਨ ਲਈਏ, ਨਵੇਂ-ਨਵੇਂ ਸ਼ਬਦ, ਨਵੇਂ-ਨਵੇਂ ਅਰਥ ਨਿੱਤ ਮਿਲਦੇ ਨੇ। ਹਠ ਮੰਜਾਹੂੰ ਮਾਂ ਪੀਰੀ, ਹਠ ਹਿਰਦਾ ਮੰਜਾਹੂੰ ਮੇਰਾ, ਮਾਂ ਮੇਰਾ ਪੀਰੀ ਪਤੀ, ਪਸੇ ਕਿਉਂ ਦੀਦਾਰ। ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਿਆਰ ਹਿਰਦੇ 'ਚ ਹੋਵੇ, ਹਰ ਵੇਲੇ ਮਹਿਸੂਸ ਹੋਵੇ ਵਾਹਿਗੁਰੂ ਜੀ ਮੇਰੇ ਅੰਦਰ ਨੇ। ਇਹ ਦੀਦਾਰ ਮੇਰੇ ਪਤੀ ਵਾਹਿਗੁਰੂ ਜੀ ਦੇ ਮੈਨੂੰ ਹਰ ਵੇਲੇ ਹੁੰਦੇ ਰਹਿਣ ਮੇਰੇ ਹਿਰਦੇ 'ਚ। ਇਹ ਗੱਲ ਯਾਦ ਰੱਖਿਓ, ਜ਼ਿੰਦਗੀ 'ਚ ਉਤਰਾਅ ਚੜ੍ਹਾਅ ਹੁੰਦੇ ਨੇ। ਕਦੀ ਚਿੰਤਾਵਾਂ, ਟੈਨਸ਼ਨ ਦਾ ਸਮਾਂ ਆ ਜਾਂਦਾ ਹੈ। ਮਨੁੱਖ ਅੰਦਰੋਂ ਦੁਖੀ ਹੁੰਦਾ ਹੈ। ਤੇ ਸਾਡੇ ਅੰਦਰ ਇੱਕ ਪ੍ਰਕਿਰਿਆ ਹੈ ਰੱਬ ਨੇ ਜੋ ਪੈਦਾ ਕੀਤੀ ਹੈ, ਸਾਡੇ ਅੰਦਰ ਜੋ ਨੈਟਵਰਕ ਹੈ, ਰੱਬ ਦਾ ਨਿਜ਼ਮ ਕਹਿ ਲਓ ਜਾਂ ਬੋਡੀ ਸਟਰਕਚਰ ਕਹਿ ਲਓ ਜਾਂ ਸਾਡੇ ਮਾਈਂਡ ਦਾ ਸਿਸਟਮ ਕਹਿ ਲਓ, ਕਿ ਜਦੋਂ ਸਾਡਾ ਮਨ ਨਿਰਾਸ਼ ਹੁੰਦਾ ਹੈ ਤੇ ਸਾਡੇ ਮਨ ਦੇ ਤਿੰਨ ਹਿੱਸੇ ਨੇ। ਇੱਕ ਕੌਨਸ਼ੀਅਸ ਮਾਈਂਡ, ਜਾਗਿਆ ਹੋਇਆ ਮਨ, ਜਿਹੜਾ ਇਹਨਾਂ ਗਿਆਨ ਇੰਦਰੀਆਂ ਰਾਹੀਂ ਬਾਹਰ ਫੋਕਸ ਕਰਦਾ ਹੈ। ਇੱਕ ਹੁੰਦਾ ਹੈ ਸਬ ਕੌਨਸ਼ੀਅਸ ਮਾਈਂਡ, ਜਿਹੜਾ ਉਹਦੇ ਨਾਲ ਨਾਲ ਸਾਈਡ ਬਾਈ ਸਾਈਡ ਦੂਸਰਾ ਕੰਮ ਕਰਦਾ ਹੈ। ਇੱਕ ਅਨਕੌਨਸ਼ੀਅਸ ਮਾਈਂਡ ਹੁੰਦਾ ਹੈ, ਜੋ ਅਸੀਂ ਬੋਲਦੇ ਹਾਂ, ਜੋ ਸੁਣਦੇ ਹਾਂ, ਉਸ ਵਿੱਚ ਚਲਿਆ ਜਾਂਦਾ, ਸਾਨੂੰ ਆਪ ਨੂੰ ਵੀ ਨਹੀਂ ਪਤਾ। ਜਦੋਂ ਗੱਡੀ ਡਰਾਈਵ ਕਰਦੇ ਹਾਂ, ਕੌਨਸ਼ੀਅਸ ਮਾਈਂਡ ਸੜਕ 'ਤੇ ਨਿਗਾਹ ਰੱਖ ਰਿਹਾ, ਉਹਦੇ ਵਾਸਤੇ ਬਹੁਤ ਵੱਡੀ ਜਿਹੜੀ ਹੈ ਨਾ ਉਹ ਵਿੰਡਸ਼ੀਲਡ ਹੁੰਦੀ ਹੈ, ਮੂਹਰਲਾ ਵੱਡਾ ਸ਼ੀਸ਼ਾ, ਜਿਹਦੇ ਵੀ ਦੀ ਫੋਕਸ ਦੇਖਣਾ ਹੈ ਕੌਨਸ਼ੀਅਸ ਮਾਈਂਡ ਨੇ। ਤੇ ਜਿਹੜਾ ਸਬਕੌਨਸ਼ੀਅਸ ਮਾਈਂਡ ਹੈ, ਇਹ ਆਸੇ ਪਾਸੇ ਪਿੱਛੇ ਵੀ ਨਿਗਾਹ ਰੱਖਦਾ। ਇਹਦੇ ਲਈ ਤਿੰਨ ਸ਼ੀਸ਼ੇ ਲੱਗੇ ਹੁੰਦੇ ਨੇ, ਇੱਕ ਸੱਜੇ, ਇੱਕ ਖੱਬੇ, ਇੱਕ ਵਿਚਕਾਰ। ਤੇ ਜਦੋਂ ਅਸੀਂ ਨਿਰਾਸ਼ ਹੁੰਦੇ ਹਾਂ ਨਾ, ਟੈਨਸ਼ਨ ਵਿੱਚ ਹੁੰਦੇ ਹਾਂ, ਤੇ ਸਾਡਾ ਜਿਹੜਾ ਕੌਨਸ਼ੀਅਸ ਮਾਈਂਡ ਹੈ ਨਾ, ਜਿਹੜਾ ਜਾਗਿਆ ਹੋਇਆ ਮਨ ਹੈ, ਇਹ ਨਿਰਾਸ਼ਾ ਦਾ ਕੋਈ ਨਾ ਕੋਈ ਵਿਚਾਰ ਆਪਣੇ ਅੰਦਰ ਹੀ ਪੈਦਾ ਕਰਦਾ। ਤੇ ਜਿਹੜਾ ਸਬਕੌਨਸ਼ੀਅਸ ਮਾਈਂਡ ਹੈ ਨਾ, ਇਹ ਉਸ ਵਿਚਾਰ ਦੇ ਨਾਲ 10 ਵਿਚਾਰ ਹੋਰ ਦੇ ਦਿੰਦਾ, ਉਹਨੂੰ 10 ਗੁਣਾ ਟੈਨਸ਼ਨ ਨੂੰ ਵਧਾ ਦਿੰਦਾ। ਇਦਾਂ ਫਿਰ ਆਪ ਹੀ ਅੰਦਰੋਂ ਟੈਨਸ਼ਨ ਵੱਧਦੀ ਤੁਰੀ ਜਾਂਦੀ ਹੈ। ਤੇ ਜੇ ਉਸ ਵੇਲੇ ਯਾਦ ਆ ਜਾਵੇ ਵਾਹਿਗੁਰੂ ਜੀ ਨਾਲ ਨੇ, ਫਿਰ ਕੀ ਹੋ ਗਿਆ? ਇੱਕ ਪੰਕਤੀ ਹੈ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਗੁਰੂ ਦੇ ਹੋ ਕੇ ਚੱਲ ਰਹੇ ਹਾਂ, ਗੁਰੂ ਸਾਹਿਬ ਮਦਦਗਾਰ ਨੇ। ਵਾਹਿਗੁਰੂ ਜੀ ਦੇ ਪਰਉਪਕਾਰ ਦੇ ਮਿਸ਼ਨ ਤੇ ਤੁਰਦੇ ਹਾਂ, ਵਾਹਿਗੁਰੂ ਜੀ ਮਦਦਗਾਰ ਨੇ। ਫਿਰ ਜ਼ਿੰਦਗੀ ਦੇ ਹਾਲਾਤ ਆਪਣੇ ਯਾਦ ਕਰਕੇ ਦੇਖੋ, ਜਦੋਂ ਵੀ ਔਖਾ ਸਮਾਂ ਆਉਂਦਾ ਵਾਹਿਗੁਰੂ ਜੀ ਬਹੁੜਦੇ ਨੇ। ਉਹ ਹਿਰਦੇ ਵਿੱਚ ਗਹਿਰਾ ਵਸ ਜਾਣਾ, ਵਾਹਿਗੁਰੂ ਜੀ ਨਾਲ ਨੇ। ਉਹਨੂੰ ਕਹਿੰਦੇ ਨੇ ਦੀਦਾਰ। ਕਿਵੇਂ ਹੋਣ ਇਹ? ਕਿਵੇਂ ਦੀਦਾਰ ਹੋਣ? ਕਿਵੇਂ ਹਿਰਦੇ ਵਿੱਚ ਮੇਰੇ ਪਿਆਰੇ ਪਤੀ ਵਾਹਿਗੁਰੂ ਸੱਚੇ ਪਾਤਸ਼ਾਹ ਮੈਨੂੰ ਮਹਿਸੂਸ ਹੁੰਦੇ ਰਹਿਣ? ਉਹਦੇ ਲਈ ਕੀ ਕਰਨਾ ਹੈ? ਸੰਤ ਸ਼ਰਨਾਈ ਲੱਭਣੇ ਨਾਨਕ ਪ੍ਰਾਣ ਆਧਾਰ। ਸੰਤਾਂ ਦੀ ਸ਼ਰਨ। ਮੈਂ ਫਿਰ ਦੁਹਰਾ ਦਿਆਂ, ਸਾਡੇ ਕੋਲੇ ਸਭ ਤੋਂ ਉੱਤਮ ਸੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਬਾਕੀ ਜਿੰਨੇ ਵੀ ਸੰਤ ਹਨ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੁਕਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੀ ਗੁਰੂ ਸਾਹਿਬ, ਭਗਤ, ਭੱਟ ਸਾਹਿਬਾਨ ਬੈਠੇ ਨੇ। ਸਾਨੂੰ ਕਿਤੇ ਹੋਰ ਲੱਭਣ ਦੀ ਲੋੜ ਨਹੀਂ, ਤੇ ਉਹਨਾਂ ਦੀ ਸ਼ਰਨ ਪੈਣਾ, ਗੁਰੂ ਦੇ ਉਪਦੇਸ਼ ਮੰਨਣਾ। ਤੇ ਪ੍ਰਾਣਾਂ ਦੇ ਆਧਾਰ ਵਾਹਿਗੁਰੂ ਸੱਚੇ ਪਾਤਸ਼ਾਹ ਹਿਰਦੇ 'ਚ ਹੀ ਲੱਭ ਜਾਂਦੇ ਨੇ, ਹਿਰਦੇ 'ਚ ਹੀ ਮਹਿਸੂਸ ਹੁੰਦੇ ਨੇ। ਉਹ ਤਾਂ ਹਰ ਥਾਂ 'ਤੇ ਨੇ, ਬਸ ਫਿਰ ਮਹਿਸੂਸ ਹੋਣ ਲੱਗ ਜਾਂਦਾ, ਲੱਭ ਜਾਂਦੇ ਨੇ। ਸੰਤ ਸ਼ਲੋਕ ਤੋਂ ਬਾਅਦ ਸੰਤ ਹੈ, 6-6 ਪਦਿਆਂ ਦੇ, 6-6 ਪੰਕਤੀਆਂ ਦੇ ਪਦੇ ਨੇ ਇਹ। ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਜੀਓ। ਜਿਹੜੇ ਸੰਤ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬੈਠੇ ਨੇ ਨਾ, ਇਸ ਮਨ ਨੂੰ ਉਹਨਾਂ ਦੇ ਚਰਨ ਕਮਲਾਂ ਦੇ ਨਾਲ ਪ੍ਰੀਤ ਬਣ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਸੰਤ ਬੈਠੇ ਨੇ, ਉਹਨਾਂ ਦੇ ਚਰਨ ਗੁਰ ਸ਼ਬਦ ਹੈ, ਗੁਰੂ ਦੇ ਉਪਦੇਸ਼ ਨੇ। ਭਗਤ ਫਰੀਦ ਜੀ ਦੇ ਉਪਦੇਸ਼ ਮੰਨਣੇ ਸ਼ੁਰੂ ਕਰ ਦੇਵੋ, ਉਹਨਾਂ ਦੇ ਚਰਨ ਨੇ। ਭਗਤ ਕਬੀਰ ਜੀ ਦੇ ਉਪਦੇਸ਼ ਮੰਨਣੇ ਸ਼ੁਰੂ ਕਰ ਲਓ, ਉਹਨਾਂ ਦੇ ਚਰਨ ਕਮਲ ਹੈ। ਉਹਨਾਂ ਨੂੰ ਮੰਨਣਾ, ਚਰਨ ਕਮਲਾਂ ਦੀ ਸ਼ਰਨ ਪੈਣਾ ਹੈ। ਆਖੋ, ਇਹ ਚੰਗੀ ਰੀਤ ਹੈ, ਚੰਗੀ ਮਰਿਆਦਾ ਹੈ। ਇਸ ਦੇ ਨਾਲ ਪ੍ਰੀਤ ਪਾਉਣੀ।
ਇਹ ਜਿਨ੍ਹਾਂ ਦੇ ਮਨ ਵਿੱਚ ਵਸਦੀ ਹੈ, ਉਹ ਅੰਦਰੋਂ ਸੰਤ ਤੇ ਬਾਹਰੋਂ ਸਿਪਾਹੀ ਬਣ ਕੇ ਵਿਚਰਦੇ ਨੇ। ਕੋਸ਼ਿਸ਼ ਕਰੀਏ ਘਰ ਘਰ ਵਿੱਚ ਇਹ ਸੰਦੇਸ਼ ਪਹੁੰਚੇ। ਗੁਰੂ ਕਾ ਗੁਰਸਿੱਖ ਬਾਹਰੋਂ ਵਿਚਰੇ, ਜ਼ਿੰਦਗੀ ਵਿੱਚ ਉਹਦੀ ਬਾਹਰਲੀ ਜ਼ਿੰਦਗੀ ਸਿਪਾਹੀ ਵਾਲੀ ਹੋਵੇ। ਬਾਹਰੋਂ ਸੰਤ ਨਹੀਂ, ਅੰਦਰੋਂ ਸੰਤ ਹੋਵੇ। ਆਖੋ ਵਾਹਿਗੁਰੂ। ਬਾਹਰੋਂ ਰਾਜਿਆਂ ਵਾਂਗੂ ਜਿਉਵੇਂ, ਅੰਦਰੋਂ ਜੋਗੀ, ਰਾਜ ਜੋਗੀ। ਸਤਿਗੁਰੂ ਜੀ ਨੇ ਅੰਦਰੋਂ ਸੰਤ ਤੇ ਬਾਹਰੋਂ ਸਿਪਾਹੀ, ਅੰਦਰੋਂ ਜੋਗੀ ਤੇ ਬਾਹਰੋਂ ਰਾਜਾ, ਇੱਕ ਆਈਡੀਅਲ ਜੀਵਨ ਪੇਸ਼ ਕੀਤਾ ਹੈ। ਭਾਈ ਬਘੇਲ ਸਿੰਘ ਜੀ ਵਰਗੇ ਜਦੋਂ ਦਿੱਲੀ ਤੇ ਰਾਜ ਕਰਦੇ ਨੇ, ਤੇ ਉਹਨਾਂ ਦਾ ਰਾਜ ਕਰਨ ਦਾ ਤਰੀਕਾ ਹੀ ਵੱਖਰਾ ਸੀ, ਕਿਉਂਕਿ ਅੰਦਰੋਂ ਸੰਤ ਤੇ ਬਾਹਰੋਂ ਸਿਪਾਹੀ ਸੀ। ਪੁਰਾਤਨ ਸਮਿਆਂ ਵਿੱਚ ਜਿੰਨੀ ਜ਼ਮੀਨ ਹੁੰਦੀ ਸੀ, ਇਹ ਬਾਦਸ਼ਾਹ ਦੀ ਮੰਨੀ ਜਾਂਦੀ ਸੀ, ਡਿਕਟੇਟਰਸ਼ਿਪ ਹੁੰਦੀ ਸੀ, ਰਾਜੇ ਸੀ। ਉਹ ਚੌਧਰੀ ਥਾਪ ਦਿੰਦੇ ਸੀ, ਆਹ ਇਲਾਕਾ ਤੇਰਾ ਬਈ। ਚੌਧਰੀ ਮਨਮਾਨੀਆਂ ਕਰਦੇ, ਅੱਗੋਂ ਦਿੰਦੇ ਕਾਸ਼ਤਕਾਰਾਂ ਨੂੰ, ਜਿਹੜੇ ਕਿਰਸਾਨੀ ਕਰਦੇ, ਖੇਤੀ ਕਰਦੇ, ਤੂੰ ਵਾਹ ਲੈ ਵੀ ਇੰਨੀ ਕੁ, ਇੱਧਰ ਤੂੰ ਵਾਹ ਲੈ। ਉਹਨਾਂ ਤੋਂ ਫਿਰ ਟੈਕਸ ਦੇ ਰੂਪ ਵਿੱਚ ਫਸਲਾਂ ਲੈਂਦੇ ਸੀ। ਬਾਬਾ ਬੰਦਾ ਸਿੰਘ ਬਹਾਦਰ ਦਾ ਜਦੋਂ ਰਾਜ ਆਇਆ ਹੈ, ਉਹਨਾਂ ਕਿਹਾ ਕਿ ਜਿਹੜਾ ਕੋਈ ਜ਼ਮੀਨ ਵਾਹੁੰਦਾ ਹੈ, ਉਹਦਾ ਮਾਲਕ ਉਹ ਹੋਏਗਾ। ਮਲਕੀਅਤ ਦੇ ਦਿੱਤੀ। ਆਖੋ ਵਾਹਿਗੁਰੂ। ਅੱਜ ਤੱਕ ਦੁਨੀਆ ਯਾਦ ਕਰਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਉਸ ਕੌਤਕ ਨੂੰ। ਜਿਹੜੇ ਅੰਦਰੋਂ ਸੰਤ ਬਣ ਕੇ ਜਿਉਂਦੇ ਨੇ, ਉਹ ਜਿਉਂਦੇ ਹੀ ਉਹ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬੈਠੇ ਹੋਏ ਸੰਤ ਗੁਰੂ ਸਾਹਿਬਾਨ, ਉਹਨਾਂ ਦੇ ਉਪਦੇਸ਼ਾਂ ਨੂੰ ਚਰਨ ਕਮਲ ਸਮਝ ਕੇ ਉਹਨੂੰ ਮੰਨਣ ਦੀ ਰੀਤ ਉਹਨਾਂ ਨੂੰ ਪਿਆਰੀ ਲੱਗਦੀ ਹੈ। ਆਖੋ ਦੁਤੀਆ ਭਾਉ ਵਿਪਰੀਤ, ਅਨੀਤ ਦਾਸਾਂ ਨ ਭਾਵੇ ਜੀਓ। ਫਿਰ ਸੰਤ ਜਨ, ਗੁਰੂ ਜਨ, ਤੇ ਗੁਰੂ ਦੇ ਗੁਰਸਿੱਖ ਗੁਰਮੁਖ ਜਨ, ਉਹਨਾਂ ਨੂੰ ਦੁਤੀਆ ਭਾਵ ਵਿਪਰੀਤ, ਇਹਦੇ ਉਲਟ ਕੁਸੰਗ ਕੁਸੰਗੀ ਰਸਾਂ ਦੀ ਜਿਹੜੀ ਖਿੱਚ ਵਾਲੀ, ਰਸਾਂ ਵੱਲ ਚ ਜਿਉਣ ਵਾਲੀ ਜਿਹੜੀ ਰੀਤ ਹੈ ਨਾ, ਉਹ ਚੰਗੀ ਨਹੀਂ ਲੱਗਦੀ। ਉਹ ਨਹੀਂ ਇਸ ਪਾਸੇ ਤੁਰਨਾ, ਤੇ ਔਰ ਨਾ ਤੁਰਦੇ ਨੇ। ਦਾਸਾਂ ਨਹਿ ਭਾਵੇ ਬਿਨ ਦਰਸਾਵੇ, ਇੱਕ ਖਿਨ ਧੀਰਜ ਕਿਉਂ ਕਰੈ। ਉਹਨਾਂ ਨੂੰ ਕਿਉਂ ਚੰਗਾ ਲੱਗੇ ਉਹ? ਕਿਉਂਕਿ ਇਸ ਰਸ ਦੇ ਵਿੱਚ ਅੰਦਰ ਆਤਮਿਕ ਜੀਵਨ ਮਿਲਦਾ ਹੈ, ਇੱਕ ਹੌਸਲਾ ਮਿਲਦਾ, ਇੱਕ ਧੀਰਜ ਮਿਲਦਾ, ਸਿਦਕ ਮਿਲਦਾ ਹੈ। ਇੱਕ ਛਿਨ ਵੀ ਅਗਰ ਰੱਬ ਦੀ ਯਾਦ, ਗੁਰੂ ਦੀ ਯਾਦ ਭੁੱਲਦੀ ਹੈ, ਅੰਦਰੋਂ ਧੀਰਜ ਗਵਾਚ ਸਕਦਾ, ਅੰਦਰ ਭਾਵਨਾ ਗਵਾਚ ਸਕਦੀ ਹੈ, ਸਿਦਕ ਗਵਾਚ ਸਕਦਾ ਹੈ। ਪਿੱਛੇ ਪੰਕਤੀ ਆਈ ਸੀ, ਮਨੁਆ ਆਤ ਸਵਲ ਹੈ, ਛੱਡੈ ਨਾ ਕਿਤੇ ਉਪਾਏ, ਤੇ ਇਹ ਮਨ ਉਸੇ ਵੇਲੇ ਹਮਲਾ ਕਰ ਜਾਂਦਾ ਹੈ। ਨਾਮ ਵਿਹੂਨਾ ਤਨ ਮਨ ਹੀਨਾ, ਜਲ ਬਿਨ ਮਛਲੀ ਜਿਉ ਮਰੈ। ਤੇ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਤੋਂ ਵਿਹੀਣਾ ਰੱਖਣਾ ਮਨ ਤੇ ਇਹ ਸਰੀਰ ਜੀਵਨ, ਜਿਉਂ ਹੀ ਇਹ ਰੱਬ ਨੂੰ ਭੁਲਾਉਂਦਾ ਏ, ਗੁਰੂ ਨੂੰ ਭੁਲਾਉਂਦਾ ਏ, ਕੁਸੰਗ ਕੁਸੰਗੀ ਖਿੱਚ ਵਿੱਚ ਪੈਂਦਾ ਏ, ਜਿਵੇਂ ਮੱਛੀ ਤੜਫਦੀ ਹੈ, ਇੱਦਾਂ ਹੀ ਇਹ ਫਿਰ ਆਪਣੀ ਜ਼ਿੰਦਗੀ ਵਿੱਚ ਤੜਫਣਾ ਤੇ ਦੁੱਖ ਸਹੇੜ ਲੈਂਦਾ ਹੈ। ਮਿਲ ਮੇਰੇ ਪਿਆਰੇ ਪ੍ਰਾਣ ਆਧਾਰੇ, ਗੁਣ ਸਾਧ ਸੰਗ ਮਿਲ ਗਾਵੇ। ਇਹ ਮੇਰੇ ਪਿਆਰੇ ਮਨਾ, ਪ੍ਰਾਣਾਂ ਦੇ ਪਿਆਰੇ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਮਿਲਣ ਦੇ ਲਈ ਸਤ ਸੰਗਤ ਕਰ, ਸੱਚ ਦੀ ਸੰਗਤ ਕਰ, ਗੁਰਬਾਣੀ ਦੇ ਉਪਦੇਸ਼ਾਂ ਨੂੰ ਮੰਨਣ ਵਾਲੀ ਭਾਵਨਾ ਦੀ ਸੰਗਤ ਕਰ, ਉਸ ਜਜ਼ਬੇ ਦੀ ਸੰਗਤ ਕਰ, ਸਿਦਕ ਦੀ ਸੰਗਤ ਕਰ। ਉਹਦੇ ਚੋਂ ਗੁਣ ਮਿਲਣਗੇ ਤੇ ਗੁਣਾਂ ਦੇ ਨਾਲ ਹੀ ਇਸ ਮਾਰਗ ਤੇ ਤੁਰਿਆ ਜਾਏਗਾ। ਹਰ ਵੇਲੇ ਉਸ ਤਰ੍ਹਾਂ ਦੀ ਡਿਸਕਸ਼ਨ ਕਰ, ਗਾਉਣਾ, ਆਪਸ ਵਿੱਚ ਮਿਲ ਕੇ ਡਿਸਕਸ਼ਨ ਕਰਿਆ ਕਰੀਏ। ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ, ਜਿਹੜੀ ਅਰਥਾਂ ਸਮੇਤ ਸਹਿਜ ਪਾਠ ਹੋ ਰਿਹਾ ਨਾ, ਪਤਾ ਨਹੀਂ ਕਿੱਥੇ ਕਿੱਥੇ ਕਿੰਨੇ ਪਰਿਵਾਰ, ਕਿੰਨੇ ਬੱਚੇ, ਕਿੰਨੇ ਗੁਰਸਿੱਖ ਲਾਹਾ ਲੈ ਰਹੇ ਨੇ। ਆਹਾ, ਜਦੋਂ ਆਪਸ ਵਿੱਚ ਗੁਰਸਿੱਖ ਮਿਲਣ, ਗੁਰੂ ਕੀਆਂ ਵਿਚਾਰਾਂ ਕਰਨ, ਉਹਦੇ ਨਾਲ ਅੰਦਰ ਗੁਣ ਵੱਧਦੇ ਨੇ, ਪਿਆਰ ਵੱਧਦਾ। ਔਗਣਾਂ ਦੀਆਂ ਗੱਲਾਂ ਨਾ ਕਰ। ਇੱਕ ਦੂਸਰੇ ਨਾਲ ਵਿਚਾਰ ਨਹੀਂ ਰਲਦੇ, ਸੋਚ ਨਹੀਂ ਰਲਦੀ, ਗੁਰੂ ਕੀਆਂ ਵਿਚਾਰਾਂ ਕਰ ਲਓ, ਗੁਰੂ ਇਤਿਹਾਸਕ ਵਿਚਾਰਾਂ ਕਰ ਲਓ। ਜਿਹੜੀਆਂ ਵਿਚਾਰਾਂ ਨਹੀਂ ਰਲਦੀਆਂ, ਉਹਦੇ ਨਾਲ ਇੱਕ ਦੂਸਰੇ ਨਾਲ ਖਹਿਣਵਾਂਗੇ, ਇੱਕ ਦੂਜੇ ਦੀ ਗੱਲ ਕੱਟਾਂਗੇ, ਇੱਕ ਦੂਸਰੇ ਨੂੰ ਦੀ ਬਹਿਸ ਡਿਬੇਟ ਜਿੱਤਣ ਦੀ ਗੱਲ ਕਰਾਂਗੇ, ਤਾਂ ਨਫ਼ਰਤਾਂ ਵਧਣਗੀਆਂ, ਪਿਆਰ ਟੁੱਟੇਗਾ। ਇਸ ਲਈ ਸਤਸੰਗਤ ਦਾ ਕਨਸੈਪਟ ਦਿੱਤਾ, ਗੁਰੂ ਕੀਆਂ ਵਿਚਾਰ, ਸਤਸੰਗਤ ਦੀਆਂ ਵਿਚਾਰ, ਰੱਬੀ ਵਿਚਾਰਾਂ। ਨਾਨਕ ਕੇ ਸੁਆਮੀ ਧਾਰ ਅਨਗ੍ਰਹ, ਮਨ ਤਨ ਅੰਕ ਸਮਾਏ।
ਨਾਨਕ ਕੇ ਸਾਹਮਣੇ ਵਾਹਿਗੁਰੂ ਸੱਚੇ ਪਾਤਸ਼ਾਹ ਅਨੁਗ੍ਰਹ ਹੁੰਦਾ, ਕਿਰਪਾ। ਵਾਹਿਗੁਰੂ ਜੀ ਕਿਰਪਾ ਕਰੋ। ਜਦੋਂ ਵਾਹਿਗੁਰੂ ਜੀ ਕਿਰਪਾ ਕਰਦੇ ਨੇ, ਮਨ ਤਨ ਅੰਕ ਸਮਾਏ, ਮਨ ਵਾਹਿਗੁਰੂ ਦੇ ਪਿਆਰ ਵਿੱਚ ਭਿੱਜਦਾ ਹੈ, ਬਖਸ਼ਿਸ਼ ਦੀ ਨਿਸ਼ਾਨੀ। ਤੇ ਤਨ ਸਰੀਰ ਵਾਹਿਗੁਰੂ ਜੀ ਦੇ ਗੁਣਾਂ ਨਾਲ ਪਰਉਪਕਾਰ ਕਰਦਾ ਹੈ, ਗੁਰੂ ਦੇ ਮਾਰਗ ਤੇ ਤੁਰਦਾ ਹੈ। ਇਹ ਗਲਵਕੜੀ ਹੈ ਵਾਹਿਗੁਰੂ ਜੀ। ਇਸ ਗਲਵਕੜੀ ਵਿੱਚ ਗੁਰਸਿੱਖ ਸਮਾਏ ਰਹਿੰਦੇ ਨੇ, ਭਾਵੇਂ ਇਸ ਮਾਰਗ ਤੇ ਤੁਰਦੇ। ਦੱਖਣਾ ਕਿਲਾ ਸ਼ਾਂਤ ਹੈ, ਉਸ ਤੋਂ ਪਹਿਲਾਂ ਇਹ ਦੱਖਣਾ ਸ਼ਲੋਕ ਹੈ। ਸੁਹੰਦੜੋ ਹਬ ਠਾਏ ਕੋਈ ਨਾ ਦਿਸੈ ਡੂਜੜੋ। ਫਿਰ ਹਰ ਥਾਂ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦਿਖਾਈ ਦਿੰਦੇ ਨੇ ਹਾਜ਼ਰ ਨਾਲ। ਉਹਨਾਂ ਤੋਂ ਬਿਨਾਂ ਕੋਈ ਦੂਸਰਾ ਉਹਦੇ ਤੇ ਕੋਈ ਓਟ ਆਸਰਾ ਨਹੀਂ, ਇੱਕੋ ਓਟ ਆਸਰਾ ਵਾਹਿਗੁਰੂ ਸੱਚੇ ਪਾਤਸ਼ਾਹ ਦਾ। ਕਦੋਂ? ਜਦੋਂ ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ, ਜਦੋਂ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ ਤੇ ਸਤਿਗੁਰ ਸਰੂਪ ਦੇ ਨਾਲ ਮਿਲਾਪ ਹੋ ਗਿਆ। ਗੁਰਭੇਟ ਤੇ ਗੁਰੂ ਗ੍ਰੰਥ ਸਾਹਿਬ ਜੀ ਕੋਲ ਜਾਂਦੇ ਸੀ, ਬਾਣੀ ਸੁਣਦੇ ਸੀ, ਕੀਰਤਨ ਸੁਣਦੇ ਸੀ। ਜ਼ਿੰਦਗੀ ਦੇ ਪੜਾਅ ਹੁੰਦੇ ਨੇ। ਪਹਿਲਾ ਪੜਾਅ ਤਾਂ ਅਸੀਂ ਗੁਰਦੁਆਰੇ ਜਾਂਦੇ ਸੀ, ਅੰਦਰ ਬੈਠਦੇ ਹੀ ਨਹੀਂ ਸੀ, ਸੰਗਤ ਵਿੱਚ ਬੈਠਦੇ ਹੀ ਨਹੀਂ ਸੀ। ਪੁਰਾਤਨ ਸਮਿਆਂ ਦੇ ਵਿੱਚ ਲੋਕ ਗੁਰੂ ਦੀ ਹਜ਼ੂਰੀ ਜ਼ਿਆਦਾ ਬੈਠਦੇ ਸੀ। ਹੁਣ ਇੱਕ ਰੀਤ ਜੀ ਚੱਲ ਪਈ ਹੈ, ਅੰਦਰ ਘੱਟ ਹੁੰਦੇ ਨੇ, ਬਾਹਰ ਲੰਗਰ ਵਾਲੇ ਥਾਂ ਤੇ ਬਹੁਤ ਭੀੜ ਲੱਗੀ ਹੁੰਦੀ। ਜੇ ਅੰਦਰ ਬੈਠੇ ਹੀ ਨਹੀਂ ਤੇ ਹਲੇ ਪਹਿਲਾ ਸਟੈਪ ਹੈ, ਦੂਸਰਾ ਨਹੀਂ ਤੁਰਿਆ। ਸਮਝ ਤਾਂ ਫਿਰ ਆਏਗੀ ਜਦੋਂ ਅੱਗੇ ਤੁਰੇਗਾ। ਫਿਰ ਸੰਗਤ ਦੇ ਅੰਦਰ ਬੈਠਣਾ, ਕਥਾ ਕੀਰਤਨ ਸੁਣਨਾ, ਪਾਠ ਸੁਣਨਾ, ਹੁਕਮਨਾਮਾ ਸੁਣਨਾ, ਪਰ ਸਮਝ ਨਹੀਂ ਆਈ। ਫਿਰ ਜਿਉਂ-ਜਿਉਂ ਅਰਥ ਸਿੱਖਣੇ ਸ਼ੁਰੂ ਕੀਤੇ, ਅੰਦਰ ਗੁਰੂ ਸਰੂਪ ਦੇ ਦੀਦਾਰ ਹੋਏ, ਗੁਰੂ ਦੇ ਉਪਦੇਸ਼ਾਂ ਦੇ ਮੰਨਣ ਦੀ ਭਾਵਨਾ ਜਾਗੀ। ਫਿਰ ਅੰਦਰ ਇੱਕ ਲਗਨ ਲੱਗ ਗਈ, ਗੁਰੂ ਸਾਹਿਬ ਕੀ ਕਹਿੰਦੇ ਨੇ, ਪੜ੍ਹਨ ਦਾ ਸਟਾਈਲ ਬਦਲ ਗਿਆ, ਸੁਣਨ ਦਾ ਤਰੀਕਾ ਬਦਲ ਗਿਆ। ਹੁਣ ਤੇ ਚਾਹੇ ਕਥਾ ਹੈ, ਚਾਹੇ ਕੀਰਤਨ ਹੈ, ਤੇ ਚਾਹੇ ਹੁਕਮਨਾਮਾ ਹੈ, ਚਾਹੇ ਪਾਠ ਹੈ, ਸੁਣਦੇ ਇਸ ਭਾਵਨਾ ਨਾਲ ਗੁਰੂ ਸਾਹਿਬ ਕੀ ਕਹਿ ਰਹੇ ਨੇ ਸਿੱਖਣਾ ਹੈ। ਉਹ ਗੁਰੂ ਦੀ ਆਵਾਜ਼ ਸਤਿਗੁਰ ਸਰੂਪ ਹੈ। ਜਦੋਂ ਸਤਿਗੁਰ ਸਰੂਪ ਨਾਲ ਮਿਲਾਪ ਹੁੰਦਾ, ਫਿਰ ਕਪਾਟ ਖੁੱਲ੍ਹ ਗਏ, ਭਰਮ ਦੇ ਭੁਲੇਖੇ ਦੂਰ ਹੋ ਗਏ, ਨਜ਼ਰੀਆ ਬਦਲ ਗਿਆ, ਸੋਚ ਬਦਲ ਗਈ। ਮਹਿਸੂਸ ਹੋਇਆ ਵਾਹਿਗੁਰੂ ਸੱਚੇ ਪਾਤਸ਼ਾਹ ਹਾਜ਼ਰ ਨਾਜ਼ਰ ਨੇ। ਅੰਤ ਫਿਰ 6 ਪਦਿਆਂ ਦਾ, 6 ਪੰਕਤੀਆਂ ਦਾ ਪਦ ਹੈ। ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ, ਬਾਣੀ ਵਿਚਾਰੀਐ ਜੀਓ। ਹੈ ਵਾਹਿਗੁਰੂ ਜੀ, ਤੇਰੇ ਬਚਨ ਬੇਅੰਤ ਨੇ, ਬੜੇ ਸੋਹਣੇ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਤਾਂ ਰੱਬੀ ਬਚਨ ਸੁਣਦੇ ਹੀ ਨੇ, ਸਮਝ ਆਉਂਦੇ ਹੀ ਨੇ। ਹੁਣ ਤੇ ਜਿੰਨੇ ਕੁਦਰਤ ਦੇ ਵਰਤਾਰੇ ਵਰਤ ਰਹੇ ਨੇ, ਉਹਨਾਂ ਵਿੱਚੋਂ ਵੀ ਰੱਬੀ ਬਚਨ, ਰੱਬੀ ਉਪਦੇਸ਼ ਸਮਝ ਆ ਜਾਂਦੇ। ਤੇਰੀ ਬਾਣੀ ਕਮਾਲ ਹੈ। ਹਰ ਵਰਤਾਰੇ ਵਿੱਚੋਂ ਤੇਰੀ ਬਾਣੀ, ਤੇਰੇ ਵਚਨ, ਤੇਰੇ ਉਪਦੇਸ਼ ਝਲਕਦੇ ਨੇ। ਸਿੱਖਿਆ ਕਿੱਥੋਂ? ਬਾਣੀ ਵਿਚਾਰੀ ਹੈ ਜੀਓ। ਗੁਰੂ ਸਾਹਿਬ ਦੇ ਮੁਖ ਵਿੱਚੋਂ ਨਿਕਲੀ ਹੋਈ ਗੁਰਬਾਣੀ ਦੀ ਵਿਚਾਰ ਕੀਤੀ, ਅਰਥਾਂ ਨੂੰ ਸਮਝਿਆ, ਉਪਦੇਸ਼ ਨੂੰ ਸਮਝਿਆ, ਜ਼ਿੰਦਗੀ 'ਚ ਮੰਨਿਆ। ਮੰਨਣਾ ਹੀ ਵਿਚਾਰਨਾ ਹੁੰਦਾ ਹੈ। ਇਸ ਨੇ ਇਹ ਮਾਰਗ ਦਿਖਾ ਦਿੱਤਾ, ਕਪਾਟ ਖੁੱਲ੍ਹ ਗਏ। ਸਿਮਰਤ ਸਾਸ ਗਿਰਾਸ ਪੂਰਨ ਵਿਸ਼ਵਾਸ, ਕਿਉ ਮਨੋ ਵਿਸਾਰੀ ਹੈ ਜੀਓ। ਸਿਮਰਨ ਸਾਸ ਗਿਰਾਸ, ਹਰ ਸਮੇਂ ਹਰ ਪਲ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ। ਸਿਮਰਤ, ਸਿਮਰਤ ਦਾ ਸੰਬੰਧ ਚੇਤਾ ਸ਼ਕਤੀ ਨਾਲ, ਮੈਮਰੀ ਪਾਵਰ ਨਾਲ। ਸਿਮਰਤੀ ਨੂੰ ਕਹਿੰਦੇ ਨੇ, ਚੇਤਾ ਸ਼ਕਤੀ। ਜਿੰਨੀਆਂ ਦਾਤਾਂ ਵਰਤੀਆਂ, ਅੰਦਰ ਮਿੱਠੀ ਮਿੱਠੀ ਯਾਦ ਹੈ, ਦਾਤੇ ਦੀਆਂ ਦਾਤਾਂ ਵਰਤ ਰਹੇ ਆਖੋ। ਸਾਡੇ ਘਰ ਵਿੱਚ ਚਾਰ ਚਫੇਰੇ ਜੋ ਕੁਝ ਵੀ ਪਿਆ, ਦਾਤੇ ਦੀਆਂ ਦਿੱਤੀਆਂ ਦਾਤਾਂ ਨੇ। ਆਹਾ, ਹਰ ਪਲ ਉਸ ਮਿੱਠੀ ਮਿੱਠੀ ਯਾਦ ਦੇ ਵਿੱਚ ਪੂਰਨ ਵਿਸ਼ਵਾਸ, ਪੂਰਾ ਭਰੋਸਾ, ਵਿਸ਼ਵਾਸ ਗੁਰੂ ਤੇ ਵਾਹਿਗੁਰੂ ਜੀ ਤੇ ਵੱਜ ਗਿਆ। ਉਹਦਾ ਰਸ ਐਸਾ, ਉਹਦਾ ਆਨੰਦ ਐਸਾ, ਕਿਉਂ ਮਨੋਂ ਵਿਸਾਰੀਏ। ਕਿਉਂਕਿ ਮਨੋਂ ਵਿਸਾਰ ਕੇ ਜ਼ਿੰਦਗੀ ਦੁਖੀ ਹੁੰਦੀ ਹੈ। ਆਖੋ, ਕਿਉਂ ਮਨੋਂ ਵਿਸਾਰੀਐ ਨਿਮਖ ਨਹੀਂ ਟਾਰੀਐ, ਗੁਣਵੰਤ ਪ੍ਰਾਣ ਹਮਾਰੇ। ਮਨੋਂ ਕਿਉਂ ਵਿਸਾਰੀਏ? ਕਿਉਂਕਿ ਇਹਦੇ ਨਾਲ ਤੇ ਅੰਦਰ ਗੁਣ ਪੈਦਾ ਹੁੰਦੇ। ਗੁਣਾਂ ਰਾਹੀਂ ਤੇ ਰੱਬ ਦੀ ਮਾਰਗ ਤੇ ਤੁਰਨਾ ਸੌਖਾ ਹੁੰਦਾ। ਔਗਣ ਤਾਂ ਤੁਰ ਨਹੀਂ ਦਿੰਦੇ ਇਸ ਪਾਸੇ। ਗੁਣਾਂ ਰਾਹੀਂ ਹੀ ਰੱਬੀ ਮਾਰਗ ਤੇ ਤੁਰਿਆ ਜਾਂਦਾ। ਮਨ ਵਾਂਛਤ ਫਲ ਦੇਤ ਹੈ ਸੁਆਮੀ ਜੀ, ਕੀ ਬਿਰਥਾ ਸਾਰੇ। ਪਰ ਮਿਲਦਾ ਉਦੋਂ ਹੈ ਜਦੋਂ ਮਨ ਵਿੱਚ ਇਸ ਤਰ੍ਹਾਂ ਦੀ ਇੱਛਾ ਜਾਗ ਪੈਂਦੀ। ਅਰਥਾਂ ਸਮੇਤ ਸਹਿਜ ਪਾਠ ਸਾਰੇ ਹਾਲੇ ਵੀ ਨਹੀਂ ਕਰਦੇ।
ਕੌਣ ਕਰਦੇ ਨੇ? ਜਿਨ੍ਹਾਂ ਦੇ ਅੰਦਰ ਇੱਛਾ ਜਾਗੀ, ਭਾਵਨਾ ਜਾਗੀ। ਭਾਵਨਾ ਜਾਗਦੀ ਹੈ, ਉਹਦੇ ਅਣਗਿਣਤ ਕਾਰਨ ਨੇ। ਕਿਸੇ ਨੇ ਤੁਹਾਨੂੰ ਪ੍ਰੇਰਿਤ ਕੀਤਾ, ਤੁਹਾਡੇ ਮਿੱਤਰ ਨੇ ਪ੍ਰੇਰਿਤ ਕੀਤਾ, ਅੰਦਰ ਭਾਵਨਾ ਜਾਗ ਪਈ, ਇੱਛਾ ਜਾਗ ਪਈ। ਕਿਸੇ ਦੇ ਰਿਸ਼ਤੇਦਾਰ ਨੇ ਪ੍ਰੇਰਿਤ ਕੀਤਾ। ਮੈਨੂੰ ਤੇ ਇਹ ਵੀ ਫੀਡਬੈਕ ਆਈ ਕਿ ਬੱਚਿਆਂ ਨੇ ਮਾਪਿਆਂ ਨੂੰ ਪ੍ਰੇਰਿਤ ਕੀਤਾ। ਉਹ ਬੱਚੇ ਆਨਲਾਈਨ ਮੇਰੇ ਕੋਲੇ ਕਲਾਸਿਸ ਲਾਉਂਦੇ ਨੇ। ਉਹ ਆਨਲਾਈਨ ਕਲਾਸਿਸ ਦੇ ਵਿੱਚ ਜਦੋਂ ਬੱਚਿਆਂ ਨੂੰ ਕਿਹਾ ਗਿਆ ਸਹਿਜ ਪਾਠ ਕਰਨਾ, ਉਹਨਾਂ ਨੂੰ ਆਨੰਦ ਆਇਆ। ਉਹਨਾਂ ਆਪਣੇ ਮਾਪਿਆਂ ਨੂੰ ਕਿਹਾ ਤੁਸੀਂ ਵੀ ਕਰਨਾ ਹੈ। ਇੱਕ ਪਰਿਵਾਰ ਦੀ ਫੀਡਬੈਕ ਆਈ ਕਿ ਸਾਡੀ ਬੱਚੀ ਨੇ ਮਾਮਾ-ਮਾਮੀ ਨੂੰ ਸਹਿਜ ਪਾਠ ਨਾਲ ਜੋੜ ਦਿੱਤਾ। ਕੋਈ ਵੀ ਕਾਰਨ ਹੋ ਸਕਦਾ, ਅੰਦਰ ਭਾਵਨਾ ਇੱਛਾ ਜਾਗ ਪਈ। ਜਿਹਦੀ ਇੱਛਾ ਜਾਗੀ ਉਸੇ ਨੂੰ ਫਲ ਮਿਲਿਆ, ਮਨ ਵਾਂਛਿਤ ਫਲ ਦੇ ਦਿੱਤਾ। ਅਸੀਂ ਕਈ ਵਾਰੀ ਮਨ ਵਾਂਛਿਤ ਫਲ ਦੇਤ ਨੂੰ ਪਤਾ ਕਿੱਦਾਂ ਸਮਝਦੇ ਹਾਂ? ਅਸੀਂ ਜੋ ਵੀ ਮੰਗਾਂਗੇ ਮਿਲੇਗਾ, ਤਾਂ ਸਾਡੇ ਅੰਦਰ ਮੰਗਾਂ ਹੀ ਭਰੀਆਂ ਪਈਆਂ ਤੇ ਅਸੀਂ ਉਸ ਤਰ੍ਹਾਂ ਦੇ ਵਿੱਚ ਫਿਰ ਤੁਰ ਪਏ ਮੰਗਾਂ ਮੰਗਣ। ਹੱਦ ਹੋ ਗਈ। ਗੁਰੂ ਤੋਂ ਸਿੱਖਣਾ ਸੀ ਮੰਗਾਂ ਕਿਹੜੀਆਂ ਚਾਹੀਦੀਆਂ ਨੇ ਪਿਆਰਿਓ। ਮੰਗਾਂ ਤਾਂ ਚਾਹੀਦੀਆਂ ਸੀ ਸਿੱਖ ਗੁਰੂ ਦੀ ਸਿੱਖੀ ਮੰਗੇ। ਭਾਈ ਮੰਝ ਜੀ ਵਰਗਿਆਂ ਦਾ ਜੀਵਨ ਪੜ੍ਹ ਕੇ ਦੇਖੋ, ਪੰਚਮ ਪਾਤਸ਼ਾਹ ਦੇ ਅਨੰਨ ਪਿਆਰੇ ਗੁਰਸਿੱਖਾਂ ਦਾ। ਮੰਗਣਾ ਸੀ ਗੁਰਮਤਿ, ਮੰਗਣੀ ਸੀ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਮੰਨਣ ਦੀ ਭਾਵਨਾ, ਮੰਗਣੀ ਸੀ ਲਗਨ, ਮੰਗਣਾ ਸੀ ਜਜ਼ਬਾ, ਮੰਗਣੀ ਸੀ ਲਿਵ, ਮੰਗਣਾ ਸੀ ਜਨੂਨ, ਮੰਗਣਾ ਸੀ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ, ਮਿੱਠੀ ਮਿੱਠੀ ਯਾਦ ਦਾ ਰਸ, ਮੰਗਣਾ ਸੀ ਵਾਹਿਗੁਰੂ ਜੀ ਦੀ ਭੈ ਭਾਵਨੀ ਦਾ ਰਸ, ਮੰਗਣਾ ਸੀ ਵਾਹਿਗੁਰੂ ਜੀ ਦੇ ਸ਼ੁਕਰਾਨਾ ਕਰਨ ਦੀ ਆਦਤ ਤੇ ਸ਼ੁਕਰਾਨੇ ਦਾ ਰਸ। ਜਿਨ੍ਹਾਂ ਦੇ ਅੰਦਰ ਇਹ ਇੱਛਾ ਬਣੀ ਨਾ, ਫਿਰ ਵਾਹਿਗੁਰੂ ਜੀ ਫਲ ਦਿੰਦੇ ਨੇ। ਕਿਉਂਕਿ ਜੀ ਕੀ ਬਿਰਥਾ ਸਾਰੇ, ਉਹ ਹਰ ਇੱਕ ਦੀ ਬਿਰਥਾ ਨੂੰ ਜਾਣਦੇ ਨੇ ਤੇ ਫਲ ਲਾਉਂਦੇ ਨੇ। ਆਖੋ ਅਨਾਥ ਕੇ ਨਾਥੇ ਸਰਬ ਕੈ ਸਾਥੇ, ਜਪ ਜੂਐ ਜਨਮ ਨ ਹਾਰੀਐ। ਸਾਰਿਆਂ ਦੇ ਮਾਲਕ ਨੇ ਵਾਹਿਗੁਰੂ ਜੀ। ਸਾਰਿਆਂ ਨੂੰ ਉਹਨਾਂ ਨੇ ਆਪਣੇ ਨਿਜ਼ਮ ਦੇ ਵਿੱਚ ਨੱਥਿਆ ਹੋਇਆ ਹੈ। ਸਭ ਦੇ ਅੰਗ ਸੰਗ ਨੇ। ਉਹਨਾਂ ਨੂੰ ਜਪਣਾ ਆ ਗਿਆ ਜਿਹਨੂੰ, ਉਹ ਫਿਰ ਜ਼ਿੰਦਗੀ ਦੀ ਬਾਜੀ ਹਾਰਦਾ ਨਹੀਂ, ਜ਼ਿੰਦਗੀ ਦੀ ਬਾਜੀ ਜਿੱਤ ਲੈਂਦਾ ਹੈ। ਨਾਨਕ ਕੀ ਬੇਨੰਤੀ ਪ੍ਰਭ ਪਹਿ, ਕਿਰਪਾ ਕਰ ਭਵਜਲ ਤਾਰੀਐ। ਨਾਨਕ ਦੀ ਬੇਨਤੀ ਹੈ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੋ। ਅਰਦਾਸ ਕਰਨੀ ਸਿਖਾਈ ਹੈ, ਅਸੀਂ ਅਰਦਾਸ ਕਰੀਏ ਵਾਹਿਗੁਰੂ ਜੀ ਕਿਰਪਾ ਕਰਕੇ ਸੰਸਾਰ ਸਮੁੰਦਰ ਦੀਆਂ ਲਹਿਰਾਂ ਤੋਂ ਬਚਾ ਲਓ। ਭਾਵ ਬੁਰੀਆਂ ਆਦਤਾਂ ਦੀ ਖਿੱਚ, ਕੁਸੰਗ ਤੇ ਕੁਸੰਗੀਆਂ ਦੇ ਸੰਗ ਤੋਂ ਬਚਾ ਲਓ। ਆਖੋ ਜੇ ਇੱਛਾ ਬਣੇਗੀ ਨਾ, ਜ਼ਰੂਰ ਗੁਰੂ ਦੇ ਵਰਤਾਰੇ ਵਰਤ। ਇੱਛਾ ਬਣਦੀ ਹੈ ਨਾ, ਫਿਰ ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ ਦੀਆਂ ਲਹਿਰਾਂ ਜ਼ਰੂਰ ਆਉਂਦੀਆਂ। ਸਭ ਤੋਂ ਜ਼ਰੂਰੀ ਹੈ ਅੰਦਰ ਬਣਨੀ ਇੱਛਾ। ਦੱਖਣਾ ਇਹ ਤੀਸਰੇ ਛੰਤ ਦੇ ਨਾਲ ਫਿਰ ਸ਼ਲੋਕ ਹੈ। ਧੂੜੀ ਮਜਨ ਸਾਧਕੇ ਸਾਈਂ ਥੀਏ ਕਿਰਪਾਲ। ਮਜਨ ਹੁੰਦਾ ਹੈ ਇਸ਼ਨਾਨ, ਸਾਧੂ ਹੈ ਗੁਰੂ। ਗੁਰੂ ਦੇ ਚਰਨ ਨੇ, ਗੁਰੂ ਦੇ ਉਪਦੇਸ਼। ਧੂੜੀ ਕੀ ਹੈ? ਉਪਦੇਸ਼ ਚੰਗੇ ਲੱਗਣ ਲੱਗ ਜਾਣ, ਮੰਨਣ ਦੀ ਭਾਵਨਾ ਜਾਗ ਪਵੇ। ਉਹ ਜਿਹੜਾ ਪਿਆਰ ਤੇ ਭਾਵਨਾ, ਇਹ ਧੂੜੀ ਹੈ। ਆਖੋ ਵਾਹਿਗੁਰੂ। ਇਹਦੇ ਵਿੱਚੋਂ ਵਾਹਿਗੁਰੂ ਸੱਚੇ ਪਾਤਸ਼ਾਹ ਜੋ ਕਿਰਪਾਲ ਨੇ, ਮਾਲਕ ਨੇ, ਕਿਰਪਾਲੂ ਨੇ, ਦਿਆਲੂ ਨੇ, ਉਹਨਾਂ ਨਾਲ ਪਿਆਰ ਬਣਦਾ। ਆਖੋ ਵਾਹਿਗੁਰੂ ਜੀ ਨੂੰ ਸਮਰਪਿਤ ਹੋ ਕੇ ਜੀਵਨ ਜਿਉਣ ਦੀ ਜੁਗਤ ਮਿਲਦੀ ਹੈ। ਲੱਧੇ ਹੱਬੇ ਥੋਕੜੇ, ਨਾਨਕ ਹਰ ਧਨ ਮਾਲ ਥੋਕੜੇ। ਹੱਬੇ ਥੋਕੜੇ ਸਾਰੇ ਚੰਗੇ ਪਦਾਰਥ, ਥੋਕੜੇ ਪਦਾਰਥ ਨੂੰ ਇੱਦਾਂ ਕਹਿ ਲਓ, ਜੋ ਚੰਗੇ ਪਦਾਰਥ ਨੇ ਉਸ ਤੋਂ ਵੀ ਕੀਮਤੀ ਮਿਲ ਗਏ। ਚੰਗੇ ਪਦਾਰਥ ਕਿਹੜੇ ਨੇ? ਜੀਭ ਕਹਿੰਦੀ ਹੈ ਜਿਹੜੇ ਮੈਨੂੰ ਸਵਾਦ ਲੱਗਦੇ ਨੇ ਉਹ ਚੰਗੇ ਨੇ। ਡਾਕਟਰ ਕਹਿੰਦਾ ਹੈ ਜਿਹੜੇ ਤੇਰੇ ਸਰੀਰ ਨੂੰ ਐਨਰਜੀ ਦਿੰਦੇ ਨੇ, ਵਿਟਾਮਿਨ ਦਿੰਦੇ ਨੇ, ਤੇਰੇ ਸਰੀਰ ਨੂੰ ਤਾਕਤ ਦਿੰਦੇ ਨੇ, ਉਹ ਚੰਗੇ ਪਦਾਰਥ ਨੇ। ਹੁਣ ਜੀਭ ਦੇ ਪਿੱਛੇ ਲੱਗ ਕੇ ਗੱਲ ਨਹੀਂ ਬਣੇਗੀ, ਡਾਕਟਰ ਦੀ ਸਿੱਖਿਆ ਨੂੰ ਪਿੱਛੇ ਲੱਗ ਕੇ ਬਾਤ ਬਣੇਗੀ। ਇੱਦਾਂ ਹੀ ਕੰਨਾਂ ਰਾਹੀਂ ਮਨ ਕੁਛ ਹੋਰ ਰਸ ਮੰਗਦਾ ਹੈ। ਜਦੋਂ ਗੁਰੂ ਨੂੰ ਸੁਣਾਂਗੇ, ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਤੈਨੂੰ ਦੱਸਣਾ ਹੈ। ਪੰਕਤੀ ਹੈ ਗੁਰੂ ਪਾਤਸ਼ਾਹ ਦੀ, ਮੇਰੇ ਮੋਹਨ
ਇਹ ਮੇਰੇ ਵਾਹਿਗੁਰੂ ਜੀ, ਸ਼੍ਰਵਣੀ ਇਹ ਨਾ ਸੁਨਾਏ, ਮੇਰੇ ਕੰਨਾਂ ਵਿੱਚ ਐਸੇ ਨਾ ਪਾਇਓ ਕਿ ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਜਿਹੜੇ ਇਨਸਾਨੀਅਤ ਤੋਂ ਰੱਬ ਤੋਂ ਟੁੱਟੇ ਹੋਏ ਮਨੁੱਖ ਨੇ, ਲਿਖੇ ਹੋਏ ਗੀਤ ਜਾਂ ਗਾਏ ਹੋਏ ਗੀਤ ਨਾਦ ਧੁਨ ਗਾਵਤ ਸੋਹਣੀ ਸੋਹਣੀ ਟਿਊਨ ਵਿੱਚ ਲਪੇਟ ਕੇ ਦੇ ਦਿੱਤੇ, ਮੇਰੇ ਕੰਨਾਂ 'ਚ ਨਾ ਪਾਇਓ ਅਖਵਾਏ। ਛੋਟੇ ਛੋਟੇ ਬੱਚਿਆਂ ਨੂੰ, ਛੋਟੀਆਂ ਛੋਟੀਆਂ ਬੱਚੀਆਂ ਨੂੰ ਭੰਗੜੇ ਦੇ ਵਿੱਚ, ਗਿੱਧੇ ਦੇ ਵਿੱਚ, ਗਾਣਿਆਂ ਦੇ ਵਿੱਚ ਐਸੇ ਰਸਾਂ ਵਿੱਚ ਨਾ ਖਿੱਚੋ ਪਿਆਰਿਓ। ਕੀਰਤਨ ਦਾ ਰਸ ਜਗਾਓ ਬੱਚਿਆਂ ਦੇ ਅੰਦਰ, ਛੋਟੇ ਬੱਚੇ ਬੱਚੀਆਂ ਦੇ ਅੰਦਰ ਗੁਰਬਾਣੀ ਦਾ ਰਸ ਜਗਾਓ। ਇਹ ਹੱਬੇ ਥੋਕੜੇ ਨੇ, ਜਦੋਂ ਵਾਹਿਗੁਰੂ ਜੀ ਦੀ ਬਖਸ਼ਿਸ਼ ਮਿਲਦੀ ਨਾ, ਇਹ ਫਿਰ ਚੰਗੇ ਚੰਗੇ ਪਦਾਰਥ ਨੇ। ਚੰਗੀ ਭਾਵਨਾ, ਸ਼ੁੱਧ ਪਾਸੇ ਦੀ ਖਿੱਚ, ਚੰਗੇ ਪਾਸੇ ਦੀ ਲਗਨ, ਇਹ ਹਰੀ ਦਾ ਧਨ ਹੈ ਤੇ ਹਰੀ ਦਾ ਮਾਲ ਹੈ। ਅਖਵਾਏ ਨਾਨਕ ਹਰ ਧਨ ਮਾਲ। ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦੀਆਂ ਪਰਮ ਪਿਆਰੀਆਂ ਬਖਸ਼ਿਸ਼ ਭਰੀਆਂ ਦਾਤਾਂ ਨੇ। ਛੰਤ ਅੱਗੇ 6 ਪੰਕਤੀਆਂ ਦਾ ਇਹ ਪਦਾ ਹੈ, ਉਹਨੂੰ ਛੰਤ ਕਹਿੰਦੇ ਨੇ। ਸੁੰਦਰ ਸੁਆਮੀ ਧਾਮ ਭਗਤਾਂ ਵਿਸ਼ਰਾਮ, ਆਸਾ ਲਗ ਜੀਵ ਤੇ ਜੀਓ। ਸੁੰਦਰ ਸੁਆਮੀ ਵਾਹਿਗੁਰੂ ਸੱਚੇ ਪਾਤਸ਼ਾਹ, ਉਹਨਾਂ ਦਾ ਘਰ, ਉਹਨਾਂ ਦਾ ਘਰ ਭਗਤੀ ਦਾ ਰਸ ਹੈ। ਉੱਥੇ ਅਡੋਲਤਾ ਹੈ, ਵਿਸ਼ਰਾਮ ਟਿਕਾਣਾ ਹੈ। ਜਿਨ੍ਹਾਂ ਦੇ ਅੰਦਰ ਇਹਦੀ ਆਸ, ਇੱਛਾ ਜਾਗਦੀ ਹੈ, ਉਹ ਇਸ ਪਾਸੇ ਲੱਗ ਜਾਂਦੇ ਨੇ, ਉਹਨਾਂ ਦੇ ਅੰਦਰ ਪਿਆਰ ਬਣ ਜਾਂਦਾ ਹੈ। ਵਾਹਿਗੁਰੂ ਸੱਚੇ ਪਾਤਸ਼ਾਹ ਇਹ ਲਗਨ ਦਿੰਦੇ ਨੇ, ਪਿਆਰ ਦਿੰਦੇ ਨੇ, ਅਡੋਲਤਾ ਦਿੰਦੇ ਨੇ। ਮਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ, ਹਰ ਅੰਮ੍ਰਿਤ ਪੀਵ ਤੇ ਜੀਓ। ਜਿਨ੍ਹਾਂ ਦਾ ਮਨ ਇਸ ਪਿਆਰ ਵਿੱਚ ਭਿੱਜ ਜਾਂਦਾ ਹੈ, ਗਲਤਾਨ ਭਿੱਜਿਆ ਰਹਿੰਦਾ ਹੈ, ਵਾਹਿਗੁਰੂ ਜੀ ਦੀ ਯਾਦ ਰਸ ਵਿੱਚ ਭਿੱਜਦਾ ਹੈ। ਸਿਮਰਤ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਜ਼ਿੰਦਗੀ ਦਾ ਗਹਿਣਾ ਬਣ ਜਾਂਦਾ ਹੈ। ਉਹ ਜਿਹੜਾ ਰਸ ਆਉਂਦਾ, ਜਿਹੜੀ ਸੰਤੁਸ਼ਟੀ ਹੈ, ਅੰਦਰ ਆਨੰਦ ਹੈ, ਉਹ ਅੰਮ੍ਰਿਤ ਰਸ ਹੈ। ਇਹ ਗੁਰਮੁਖ ਪੀਂਦੇ ਨੇ, ਆਖ ਵਾਹਿਗੁਰੂ, ਇਸ ਰਸ ਨੂੰ ਮਾਣਦੇ ਨੇ। ਅੰਮ੍ਰਿਤ ਹਰ ਪੀਵਤੇ ਸਦਾ ਥਿਰ ਥੀਵਤੇ, ਵੇਖੈ ਬਨ ਫੀਕਾ ਜਾਣਿਆ। ਉਹ ਫਿਰ ਇਸ ਅੰਮ੍ਰਿਤ ਰਸ ਵਿੱਚ ਆਤਮਿਕ ਜੀਵਨ ਜਿਉਂਦੇ ਨੇ ਸਦਾ, ਹਰ ਵੇਲੇ। ਉਹ ਅੰਦਰ ਅਡੋਲਤਾ ਵਿੱਚ ਥਿਰ ਥੀਵਤੇ, ਅਡੋਲਤਾ ਵਿੱਚ ਟਿਕੇ ਰਹਿੰਦੇ ਨੇ। ਇਸ ਮਾਰਗ ਤੇ ਤੁਰਨ ਦੇ ਜਨੂਨ, ਲਗਨ, ਜਜ਼ਬੇ ਵਿੱਚ ਜਿਉਂਦੇ ਨੇ। ਵੇਖੈ ਬਨ ਫੀਕਾ, ਫਿਰ ਕੁਸੰਗ ਵਾਲਾ ਪਾਸਾ ਜਿਹੜਾ ਨਾ, ਬਨ, ਪਾਣੀ ਨੂੰ ਵੀ ਕਹਿੰਦੇ ਨੇ ਬਨ ਰਸ, ਉਹ ਫਿੱਕਾ ਰਸ ਹੈ। ਉਹਨਾਂ ਨੇ ਸਮਝ ਲਿਆ, ਜਾਣ ਲਿਆ ਇਹ ਫਿੱਕਾ ਰਸ ਹੈ, ਉਹਦੇ ਤੋਂ ਬਚ ਜਾਂਦੇ ਨੇ। ਭਏ ਕਿਰਪਾਲ ਗੋਪਾਲ ਪ੍ਰਭ, ਮੇਰੇ ਸਾਧ ਸੰਗ ਨਿਧ ਮਾਨਿਆ। ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਗੁਰੂ ਕੀ ਸੰਗਤ, ਸੱਚ ਦੀ ਸੰਗਤ, ਗੁਰਬਾਣੀ ਦੇ ਉਪਦੇਸ਼ਾਂ ਦੀ ਸੰਗਤ। ਜਿਉਂ-ਜਿਉਂ ਸੰਗਤ ਵਿੱਚ ਲਗਨ ਲੱਗੀ, ਉਪਦੇਸ਼ ਮੰਨਣ ਦੀ ਭਾਵਨਾ ਜਾਗੀ, ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਹੈ, ਇਹ ਮਨ ਮੰਨ ਜਾਂਦਾ ਹੈ, ਇਸ ਖਜ਼ਾਨੇ ਨੂੰ ਪ੍ਰਾਪਤ ਕਰਦਾ ਹੈ। ਸਰਬ ਸੋ ਸੁਖ ਆਨੰਦ ਘਨ ਪਿਆਰੇ, ਹਰ ਰਤਨ ਮਨ ਅੰਤਰ ਸੀਵਤੇ। ਸਭ ਤੋਂ ਵੱਡਾ ਸੁਖ, ਸਭ ਤੋਂ ਵੱਡਾ ਆਨੰਦ ਪਿਆਰੇ ਪ੍ਰੀਤਮ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਦੇ ਰਤਨ ਵਿੱਚੋਂ ਹੀ ਮਿਲਣਾ ਹੈ। ਅੰਦਰੋਂ ਫਿਰ ਇਹ ਮਨ ਜਿਹੜਾ ਇਸ ਦੇ ਰਸ ਵਿੱਚ ਭਿੱਜਿਆ ਰਹਿੰਦਾ, ਸੀਵ ਤੇ ਸੀਤਾ ਰਹਿੰਦਾ ਓਤ ਪ੍ਰੋਤ। ਜਿਵੇਂ ਜਪਜੀ ਸਾਹਿਬ 'ਚ ਲਿਖਿਆ ਨਾ, ਤਿਥੈ ਸੀਤੋ ਸੀਤਾ ਮਹਿਮਾ ਮਾਹੇ, ਉਹਦੇ ਵਿੱਚ ਭਿੱਜਿਆ ਰਹਿੰਦਾ ਹੈ। ਬੜਾ ਚੰਗਾ ਲੱਗਦਾ ਇਸ ਪਾਸੇ ਤੁਰਨਾ। ਇੱਕ ਲਗਨ ਲੱਗ ਜਾਂਦੀ ਹੈ, ਲਿਵ ਲੱਗ ਜਾਂਦੀ ਹੈ। ਇੱਕ ਤਿਲ ਨਹੀਂ ਵਿਸਰੈ ਪ੍ਰਾਨ ਆਧਾਰਾ, ਜਪ ਜਪ ਨਾਨਕ ਜੀਵਤੇ। ਇੱਕ ਤਿਲ ਨਹੀਂ ਵਿਸਰੈ, ਇੱਕ ਸੈਕਿੰਡ ਵੀ ਨਾ ਭੁੱਲੇ, ਐਸਾ ਜਜ਼ਬਾ ਜਾਗ। ਪ੍ਰਾਣਾਂ ਦੇ ਆਧਾਰ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ। ਜਪ ਜਪ ਨਾਨਕ ਜੀਵਤੇ, ਹੇ ਨਾਨਕ ਜੀ, ਫਿਰ ਵਾਹਿਗੁਰੂ ਜੀ ਨੂੰ ਜਪ ਕੇ ਆਤਮਿਕ ਜੀਵਨ ਜਿਉਂਦੇ ਨੇ। ਇਹ ਜ਼ਰੂਰ ਯਾਦ ਰੱਖਣਾ, ਜਪਣਾ ਨਾਮ ਦਾ ਗਿਆਨ ਰੂਪੀ ਹਿੱਸਾ ਵੀ ਹੈ, ਧਿਆਨ ਰੂਪੀ ਹਿੱਸਾ ਵੀ ਹੈ। ਗਿਆਨ ਰੱਬੀ ਉਪਦੇਸ਼ ਹੈ, ਧਿਆਨ ਰੱਬ ਦੀ ਯਾਦ ਭੈ ਭਾਵਨੀ ਸ਼ੁਕਰਾ। ਰੱਬੀ ਉਪਦੇਸ਼ ਗੁਰਬਾਣੀ ਦੇ ਉਪਦੇਸ਼ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਾਰੀ ਜ਼ਿੰਦਗੀ ਅਰਥਾਂ ਨੂੰ ਸਮਝਣ ਦਾ ਯਤਨ ਕਰਨਾ ਹੈ। ਗੁਰੂ ਦੇ ਉਪਦੇਸ਼ ਲੱਭਣੇ ਨੇ, ਸਮਝਣੇ ਨੇ, ਜ਼ਿੰਦਗੀ 'ਚ ਜਿਉਣੇ ਨੇ। ਗੁਰੂ ਦੇ ਉਪਦੇਸ਼ਾਂ ਨੂੰ ਜ਼ਿੰਦਗੀ ਵਿੱਚ ਪ੍ਰੈਕਟੀਕਲ ਜਿਉਂ ਕੇ ਇਸ ਨੂੰ ਅਸਲੀ ਜੀਵਨ ਸਮਝਣਾ।
ਸੁਭਾਅ ਵਿੱਚ, ਸੋਚ ਵਿੱਚ ਨਫ਼ਰਤ ਤੋਂ ਬਚਣਾ ਹੈ, ਪਿਆਰ ਵਿੱਚ ਜੁੜਨਾ। ਗੁਣ ਦੇਖਣੇ ਨੇ, ਗੁਣਾਂ ਦੀ ਚਰਚਾ ਕਰਨੀ ਹੈ, ਪਿਆਰ ਵਧੇਗਾ, ਪਿਆਰ 'ਚੋਂ ਏਕਤਾ ਮਿਲੇਗੀ। ਦੂਸਰਿਆਂ ਦੇ ਔਗਣ ਦੇਖਣ ਦੀ ਪ੍ਰਵਿਰਤੀ ਨੂੰ ਤੋਂ ਬਚਣਾ ਹੈ, ਔਗਣਾਂ ਦੀ ਚਰਚਾ ਕਰਨ ਤੋਂ ਬਚਣਾ ਹੈ। ਔਗਣ ਆਪਣੇ ਦੇਖਣੇ ਨੇ, ਰੱਬ ਦੇ ਅੱਗੇ ਅਰਦਾਸਾਂ ਕਰਨੀਆਂ, ਤਰਲੇ ਲੈਣੇ ਨੇ। ਐਸਾ ਮਾਰਗ ਗੁਰੂ ਦੀ ਬਾਣੀ ਸਾਨੂੰ ਦਿਖਾ ਰਹੀ ਹੈ। ਸਤਿਗੁਰੂ ਕਿਰਪਾ ਕਰਨ, ਏਕਤਾ ਇਤਫਾਕ ਵਾਲਾ ਮਾਹੌਲ ਮਿਲੇ, ਦੌਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਦਾ ਪੰਥ ਦੀਆਂ ਚੜ੍ਹਦੀਆਂ ਕਲਾ ਰਹਿਣ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਮਨ ਪੀਵੈ ਸੁਣ ਸ਼ਬਦ ਵਿਚਾਰਾ।